ਇੱਕ ਵਾਰ ਮੌਤ ਦੇ ਦੇਵਤੇ ਨੇ ਆਪਣੇ ਇੱਕ ਦੇਵਦੂਤ ਨੂੰ ਧਰਤੀ ਤੇ ਭੇਜਿਆ। ਇੱਕ ਔਰਤ ਦੀ ਮੌਤ ਹੋ ਗਈ ਸੀ। ਉਸ ਦੀ ਆਤਮਾ ਨੂੰ ਲਿਆਉਣ ਲਈ ਉਸ ਨੂੰ ਧਰਤੀ ਤੇ ਭੇਜਿਆ ਸੀ। ਦੇਵਦੂਤ ਉੱਥੇ ਪਹੁੰਚਿਆ, ਪਰ ਉਹ ਉੱਥੋਂ ਦੀ ਸਥਿਤੀ ਨੂੰ ਦੇਖ ਕੇ ਦੁਚਿੱਤੀ ਵਿੱਚ ਪੈ ਗਿਆ। ਉਸ ਨੇ ਦੇਖਿਆ ਕਿ 3 ਛੋਟੀਆਂ-ਛੋਟੀਆਂ ਬੱਚੀਆਂ ਉਸ ਇਸਤਰੀ ਦੀ ਲਾਸ਼ ਦੇ ਕੋਲ ਪਈਆਂ ਹਨ। ਇੱਕ ਹਾਲੇ ਵੀ ਉਸ ਇਸਤਰੀ ਦੀ ਛਾਤੀ ਨਾਲ ਲੱਗੀ ਹੋਈ ਹੈ, ਦੂਜੀ ਵਿਲਕ-ਵਿਲਕ ਕੇ ਰੋ ਰਹੀ ਹੈ ਅਤੇ ਤੀਸਰੀ ਰੋ-ਰੋ ਕੇ ਸੌਂ ਗਈ ਹੈ। ਉਸ ਦੇ ਹੰਝੂ ਉਸ ਦੀਆਂ ਅੱਖਾਂ ਕੋਲ ਹੀ ਸੁੱਕ ਗਏ ਹਨ। 3 ਛੋਟੀਆਂ-ਛੋਟੀਆਂ ਬੱਚੀਆਂ, ਮਾਂ ਮਰ ਚੁੱਕੀ ਹੈ, ਪਰਿਵਾਰ ਵਿੱਚ ਹੋਰ ਕੋਈ ਨਹੀਂ, ਪਿਤਾ ਪਹਿਲਾਂ ਹੀ ਮਰਿਆ ਹੋਇਆ ਹੈ। ਇਹਨਾਂ ਦਾ ਕੀ ਹੋਵੇਗਾ? ਕੌਣ ਇਹਨਾਂ ਨੂੰ ਸੰਭਾਲੂਗਾ? ਇਹ ਸੋਚ ਕੇ ਦੇਵਦੂਤ ਬਹੁਤ ਦੁਖੀ ਹੋਇਆ। ਇਸੇ ਲਈ ਉਹ ਖਾਲੀ ਹੱਥ ਹੀ ਵਾਪਸ ਚਲਾ ਗਿਆ ਅਤੇ ਆਪਣੇ ਪ੍ਰਧਾਨ ਨੂੰ ਜਾ ਕੇ ਕਿਹਾ ਕਿ ਮੈਂ ਉਸ ਇਸਤਰੀ ਦੀ ਆਤਮਾ ਨੂੰ ਨਹੀਂ ਲਿਆ ਸਕਦਾ, ਮੈਨੂੰ ਮਾਫ ਕਰ ਦਿਓ। ਪਰ ਤੁਹਾਨੂੰ ਉੱਥੋਂ ਦੀ ਸਥਿਤੀ ਦਾ ਗਿਆਨ ਨਹੀਂ ਹੈ। ਮੇਰੀ ਜਗ੍ਹਾ ਤੇ ਜੇ ਤੁਸੀਂ ਹੁੰਦੇ ਤਾਂ ਸ਼ਾਇਦ ਤੁਸੀਂ ਵੀ ਇਦਾਂ ਹੀ ਕਰਨਾ ਸੀ। ਉਸ ਇਸਤਰੀ ਦੀਆਂ 3 ਛੋਟੀਆਂ-ਛੋਟੀਆਂ ਬੱਚੀਆਂ ਹਨ। ਇੱਕ ਹਾਲੇ ਵੀ ਉਸ ਦੀ ਛਾਤੀ ਨਾਲ ਲੱਗੀ ਹੋਈ ਹੈ, ਦੂਜੀ ਰੋਂਦੇ-ਰੋਂਦੇ ਸੌਂ ਗਈ ਹੈ ਅਤੇ ਤੀਸਰੀ ਵਿਲਕ-ਵਿਲਕ ਕੇ ਰੋ ਰਹੀ ਹੈ। ਪਰਿਵਾਰ ਵਿੱਚ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ। ਅਜਿਹੀ ਸਥਿਤੀ ਨੂੰ ਦੇਖ ਕੇ ਮੈਂ ਉਸ ਇਸਤਰੀ ਨੂੰ ਨਹੀਂ ਲਿਆ ਸਕਿਆ। ਕੀ ਅਜਿਹਾ ਨਹੀਂ ਹੋ ਸਕਦਾ ਕਿ ਉਸ ਇਸਤਰੀ ਨੂੰ ਥੋੜਾ ਸਮਾਂ ਹੋਰ ਦੇ ਦਿੱਤਾ ਜਾਵੇ ਤਾਂ ਕਿ ਬੱਚੀਆਂ ਥੋੜੀਆਂ ਹੋਰ ਵੱਡੀਆਂ ਹੋ ਜਾਣ? ਇਹ ਸੁਣ ਕੇ ਮੌਤ ਦਾ ਦੇਵਤਾ ਉੱਚੀ-ਉੱਚੀ ਹੱਸਿਆ ਤੇ ਬੋਲਿਆ, ਲੱਗਦਾ ਤੂੰ ਜ਼ਿਆਦਾ ਸਿਆਣਾ ਹੋ ਗਿਆ ਹੈ, ਉਸ ਪਰਮਾਤਮਾ ਤੋਂ ਜ਼ਿਆਦਾ ਸਿਆਣਾ ਜਿਸ ਦੀ ਮਰਜ਼ੀ ਨਾਲ ਜੀਵਨ ਮਿਲਦਾ ਹੈ ਅਤੇ ਜਿਸ ਦੀ ਮਰਜ਼ੀ ਨਾਲ ਮੌਤ। ਤੈਨੇ ਪਾਪ ਤਾਂ ਬਹੁਤ ਵੱਡਾ ਕੀਤਾ ਹੈ ਅਤੇ ਇਸ ਦੀ ਤੈਨੂੰ ਸਜ਼ਾ ਵੀ ਮਿਲੂਗੀ। ਸਜ਼ਾ ਇਹ ਹੈ ਕਿ ਤੈਨੂੰ ਧਰਤੀ ਤੇ ਵਾਪਸ ਭੇਜਿਆ ਜਾਵੇਗਾ ਅਤੇ ਤੂੰ ਉਦੋਂ ਤੱਕ ਇੱਥੇ ਵਾਪਸ ਨਹੀਂ ਆ ਸਕੇਗਾ ਜਦੋਂ ਤੱਕ ਤੂੰ ਆਪਣੀ ਇਸ ਮੂਰਖਤਾ ਤੇ 3 ਵਾਰ ਹੱਸ ਨਾ ਲਵੇਂ। ਦੇਵਦੂਤ ਆਪਣੀ ਸਜ਼ਾ ਭੋਗਣ ਲਈ ਰਾਜੀ ਹੋ ਗਿਆ। ਉਸ ਨੂੰ ਪੂਰਾ ਭਰੋਸਾ ਸੀ ਕਿ ਸਹੀ ਤਾਂ ਮੈਂ ਹੀ ਹਾਂ, ਫਿਰ ਹੱਸਣ ਦਾ ਮੌਕਾ ਹੀ ਕਿਉਂ ਆਵੇਗਾ। ਦੇਵਦੂਤ ਨੂੰ ਧਰਤੀ ਤੇ ਭੇਜ ਦਿੱਤਾ ਗਿਆ। ਠੰਡ ਦਾ ਮੌਸਮ ਸੀ। ਦੇਵਦੂਤ ਨਗਨ ਅਵਸਥਾ ਵਿੱਚ ਇੱਕ ਸੜਕ ਦੇ ਕਿਨਾਰੇ ਪਿਆ ਸੀ। ਉਸ ਸਮੇਂ ਇੱਕ ਮੋਚੀ ਉੱਥੋਂ ਦੀ ਲੰਘਿਆ। ਉਹ ਠੰਡ ਦੇ ਕਾਰਨ ਆਪਣੇ ਬੱਚਿਆਂ ਲਈ ਗਰਮ ਕੱਪੜੇ ਤੇ ਕੰਬਲ ਲੈਣ ਜਾ ਰਿਹਾ ਸੀ। ਰਾਸਤੇ ਵਿੱਚ ਉਸਨੇ ਉਸ ਦੇਵਦੂਤ ਨੂੰ ਠੰਡ ਵਿੱਚ ਠਰਦੇ ਦੇਖਿਆ ਤਾਂ ਉਸ ਨੂੰ ਉਸ ਉੱਤੇ ਦਇਆ ਆ ਗਈ। ਉਸਨੇ ਆਪਣੇ ਬੱਚਿਆਂ ਲਈ ਗਰਮ ਕੱਪੜੇ ਤੇ ਕੰਬਲ ਲੈਣ ਦੀ ਥਾਂ ਉਸ ਦੇਵਦੂਤ ਲਈ ਕੱਪੜੇ ਖਰੀਦ ਲਏ। ਉਸ ਦੇਵਦੂਤ ਨੇ ਕਿਹਾ, ਮੇਰੇ ਕੋਲ ਕੋਈ ਘਰ ਵੀ ਨਹੀਂ ਹੈ ਅਤੇ ਨਾ ਹੀ ਕੋਈ ਰਹਿਣ ਦੀ ਵਿਵਸਥਾ ਹੈ, ਇਸ ਲਈ ਭਿਆਨਕ ਠੰਡ ਵਿੱਚ ਮੈਂ ਕਿੱਧਰ ਜਾਵਾਂਗਾ। ਮੋਚੀ ਨੇ ਕਿਹਾ, ਤੂੰ ਚਿੰਤਾ ਨਾ ਕਰ, ਤੂੰ ਮੇਰੇ ਨਾਲ ਮੇਰੇ ਘਰ ਚੱਲ, ਪਰ ਧਿਆਨ ਰੱਖੀ ਮੈਂ ਆਪਣੇ ਬੱਚਿਆਂ ਤੇ ਪਤਨੀ ਦੇ ਕੱਪੜਿਆਂ ਲਈ ਜਿਹੜੇ ਪੈਸੇ ਲਿਆਇਆ ਸੀ ਉਸ ਨਾਲ ਮੈਨੇ ਤੇਰੇ ਲਈ ਕੱਪੜੇ ਖਰੀਦ ਲਏ ਹਨ ਅਤੇ ਤੈਨੂੰ ਘਰ ਵੀ ਲਿਜਾ ਰਿਹਾ ਹਾਂ। ਇਸ ਨਾਲ ਮੇਰੀ ਪਤਨੀ ਗੁੱਸੇ ਬਹੁਤ ਹੋਵੇਗੀ ਅਤੇ ਸ਼ਾਇਦ ਬੁਰਾ ਭਲਾ ਵੀ ਕਹੇਗੀ, ਪਰ ਤੂੰ ਪਰੇਸ਼ਾਨ ਨਾ ਹੋਈ, ਕੁਝ ਦਿਨਾਂ ਵਿੱਚ ਸਭ ਆਪੇ ਠੀਕ ਹੋ ਜਾਵੇਗਾ। ਉਸ ਦੇਵਦੂਤ ਨੂੰ ਲੈ ਕੇ ਮੋਚੀ ਘਰ ਪਹੁੰਚ ਗਿਆ। ਹੁਣ ਨਾ ਤਾਂ ਮੋਚੀ ਨੂੰ ਪਤਾ ਸੀ ਕਿ ਜਿਸ ਨੂੰ ਉਹ ਲੈ ਕੇ ਜਾ ਰਿਹਾ ਹੈ ਉਹ ਦੇਵਦੂਤ ਹੈ ਅਤੇ ਨਾ ਹੀ ਉਸ ਦੀ ਪਤਨੀ ਨੂੰ ਪਤਾ ਸੀ ਕਿ ਜੋ ਆਇਆ ਹੈ ਉਹ ਦੇਵਦੂਤ ਹੈ, ਜਿਸ ਦੇ ਆਉਂਦੇ ਹੀ ਘਰ ਵਿੱਚ ਖੁਸ਼ੀਆਂ ਦਾ ਹੜ੍ਹ ਆ ਜਾਵੇਗਾ। ਜਿਵੇਂ ਹੀ ਮੋਚੀ ਦੇਵਦੂਤ ਨੂੰ ਲੈ ਕੇ ਘਰ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਸਾਰੀ ਘਟਨਾ ਦੱਸੀ ਤਾਂ ਪਤਨੀ ਗੁੱਸੇ ਵਿੱਚ ਲਾਲ ਹੋ ਗਈ। ਉਹ ਮੋਚੀ ਨਾਲ ਲੜਨ ਲੱਗ ਪਈ। ਉਸ ਨੂੰ ਬਹੁਤ ਬੁਰਾ ਭਲਾ ਕਿਹਾ ਉਸਨੇ। ਉਸ ਦਿਨ ਦੇਵਦੂਤ ਪਹਿਲੀ ਵਾਰ ਹੱਸਿਆ। ਮੋਚੀ ਨੇ ਪੁੱਛਿਆ, ਕੀ ਹੋਇਆ, ਹੱਸ ਕਿਉਂ ਰਹੇ ਹੋ? ਦੇਵਦੂਤ ਨੇ ਕਿਹਾ, ਜਦੋਂ ਮੈਂ 3 ਵਾਰ ਹੱਸ ਲਵਾਂਗਾ ਤਾਂ ਹੱਸਣ ਦਾ ਕਾਰਨ ਵੀ ਦੱਸ ਦੇਵਾਂਗਾ। ਦੇਵਦੂਤ ਪਹਿਲੀ ਵਾਰ ਹੱਸਿਆ ਕਿਉਂਕਿ ਉਸ ਨੂੰ ਲੱਗਿਆ ਕਿ ਮੋਚੀ ਦੀ ਪਤਨੀ ਇਹ ਨਹੀਂ ਦੇਖ ਪਾ ਰਹੀ ਕਿ ਦੇਵਦੂਤ ਆਇਆ ਹੈ, ਜਿਸ ਦੇ ਆਉਂਦੇ ਹੀ ਖੁਸ਼ੀਆਂ ਦੇ ਹਜ਼ਾਰਾਂ ਦਰਵਾਜ਼ੇ ਖੁੱਲ੍ਹ ਜਾਣਗੇ। ਪਰ ਉਸ ਦੀ ਵੀ ਗਲਤੀ ਨਹੀਂ ਸੀ, ਕਿਉਂਕਿ ਉਹ ਤਾਂ ਬਸ ਇਹੀ ਦੇਖ ਪਾ ਰਹੀ ਸੀ ਕਿ ਉਸ ਦੇ ਬੱਚਿਆਂ ਦੇ ਕੱਪੜੇ ਨਹੀਂ ਆਏ। ਜੋ ਖੋ ਗਿਆ ਹੈ ਉਸ ਨੂੰ ਤਾਂ ਉਹ ਦੇਖ ਪਾ ਰਹੀ ਸੀ, ਪਰ ਜੋ ਮਿਲਿਆ ਹੈ ਉਸ ਨੂੰ ਉਹ ਨਾ ਦੇਖ ਸਕੀ। ਇਸ ਲਈ ਦੇਵਦੂਤ ਹੱਸਿਆ। ਉਸ ਨੂੰ ਆਪਣੀ ਮੂਰਖਤਾ ਮਹਿਸੂਸ ਹੋਈ
क्योंकि मोची दी पत्नी अपने भविख नूं नहीं देख पा रही ਜਿਹੜਾ ਕੁਝ ਉਸ ਨਾਲ ਹੋਣ ਵਾਲਾ ਹੈ। ਹੁਣ ਕਿਉਂਕਿ ਉਹ ਦੇਵਦੂਤ ਸੀ, ਇਸ ਲਈ ਉਸਨੇ 10 ਕੁ ਦਿਨਾਂ ਵਿੱਚ ਹੀ ਮੋਚੀ ਦਾ ਸਾਰਾ ਕੰਮ ਸਿੱਖ ਲਿਆ। ਉਹ ਜੁੱਤੇ ਬਣਾਉਣ ਲੱਗ ਗਿਆ। ਸਿਰਫ ਕੁਝ ਮਹੀਨਿਆਂ ਵਿੱਚ ਹੀ ਉਸਦੇ ਜੁੱਤੇ ਇੰਨੇ ਵਿਕਣ ਲੱਗ ਗਏ ਕਿ ਮੋਚੀ ਅਮੀਰ ਹੋ ਗਿਆ। ਹੌਲੀ ਹੌਲੀ ਹਰ ਜਗ੍ਹਾ ਇਹ ਗੱਲ ਫੈਲ ਗਈ ਕਿ ਉਸ ਵਰਗੇ ਜੁੱਤੇ ਤਾਂ ਕੋਈ ਬਣਾ ਹੀ ਨਹੀਂ ਸਕਦਾ। ਰਾਜਿਆਂ ਤੇ ਸਮਰਾਟਾਂ ਦੇ ਜੁੱਤੇ ਵੀ ਹੁਣ ਉਸ ਦੀ ਦੁਕਾਨ ਤੇ ਬਣ ਲੱਗ ਗਏ ਸਨ। ਮੋਚੀ ਦੇ ਘਰ ਨੋਟਾਂ ਦੀ ਬਾਰਿਸ਼ ਹੋਣ ਲੱਗੀ। ਸਾਰੇ ਬਹੁਤ ਖੁਸ਼ ਸਨ ਅਤੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਇੱਕ ਦਿਨ ਇੱਕ ਸਮਰਾਟ ਦਾ ਮੰਤਰੀ ਚਮੜਾ ਲੈ ਕੇ ਆਇਆ ਤੇ ਕਹਿਣ ਲੱਗਾ ਕਿ ਇਹ ਚਮੜਾ ਬਹੁਤ ਕੀਮਤੀ ਹੈ। ਇਸ ਚਮੜੇ ਨਾਲ ਸਮਰਾਟ ਦੇ ਜੁੱਤੇ ਬਣਾਉਣੇ ਹਨ। ਧਿਆਨ ਰਹੇ ਕਿ ਜੁੱਤੇ ਹੀ ਬਣਾਉਣੇ ਹਨ, ਚੱਪਲ ਨਹੀਂ। ਉਸ ਰਾਜ ਵਿੱਚ ਇੱਕ ਅਜਿਹੀ ਪ੍ਰਥਾ ਸੀ ਕਿ ਜਦੋਂ ਕੋਈ ਵਿਅਕਤੀ ਮਰ ਜਾਂਦਾ ਸੀ ਤਾਂ ਉਸ ਨੂੰ ਚਮੜੇ ਦੀ ਚੱਪਲ ਪਵਾ ਕੇ ਚਿਤਾ ਤੇ ਪਾਇਆ ਜਾਂਦਾ ਸੀ। ਮੋਚੀ ਨੇ ਵੀ ਦੇਵਦੂਤ ਨੂੰ ਕਿਹਾ ਕਿ ਚੱਪਲ ਨਾ ਬਣਾ ਦੇਈਂ, ਜੁੱਤੇ ਹੀ ਬਣਾਉਣੇ ਹਨ। ਸਮਰਾਟ ਦਾ ਸਖਤ ਆਦੇਸ਼ ਹੈ ਅਤੇ ਧਿਆਨ ਰੱਖੀ ਚਮੜਾ ਸਿਰਫ ਇੰਨਾ ਕੁ ਹੀ ਹੈ, ਕੋਈ ਗਲਤੀ ਨਾ ਕਰੀਂ, ਨਹੀਂ ਆਪਾਂ ਬਹੁਤ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਾਂ। ਇੰਨਾ ਕਹਿਣ ਤੋਂ ਬਾਅਦ ਵੀ ਦੇਵਦੂਤ ਨੇ ਉਸ ਚਮੜੇ ਦੀ ਚੱਪਲ ਬਣਾ ਦਿੱਤੀ। ਜਦੋਂ ਮੋਚੀ ਨੇ ਦੇਖਿਆ ਕਿ ਦੇਵਦੂਤ ਨੇ ਜੁੱਤੇ ਦੀ ਥਾਂ ਚੱਪਲ ਬਣਾ ਦਿੱਤੀ ਹੈ ਤਾਂ ਉਹ ਗੁੱਸੇ ਵਿੱਚ ਇੰਨਾ ਪਾਗਲ ਹੋ ਗਿਆ ਕਿ ਸੋਟੀ ਲੈ ਕੇ ਦੇਵਦੂਤ ਦੇ ਪਿੱਛੇ ਪੈ ਗਿਆ। ਉਸਨੇ ਕਿਹਾ, ਤੈਨੂੰ ਬਾਰ-ਬਾਰ ਸਮਝਾਇਆ ਸੀ ਕਿ ਜੁੱਤੇ ਹੀ ਬਣਾਉਣੇ ਹਨ, ਪਰ ਤੂੰ ਫੇਰ ਵੀ ਚੱਪਲ ਬਣਾ ਦਿੱਤੀ। ਹੁਣ ਸਾਨੂੰ ਸਮਰਾਟ ਨੇ ਨਹੀਂ ਛੱਡਣਾ, ਤੂੰ ਤਾਂ ਮਰੇਗਾ ਹੀ, ਨਾਲ ਹੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੀ ਫਾਂਸੀ ਲਗਵਾਏਗਾ। ਇਹ ਸੁਣਦੇ ਹੀ ਦੇਵਦੂਤ ਉੱਚੀ-ਉੱਚੀ ਹੱਸਣ ਲੱਗਾ। ਉਸੇ ਵੇਲੇ ਸਮਰਾਟ ਦਾ ਆਦਮੀ ਦੌੜਦਾ ਹੋਇਆ ਉੱਥੇ ਆਇਆ ਤੇ ਕਹਿਣ ਲੱਗਾ ਕਿ ਜੁੱਤੇ ਨਾ ਬਣਾਈ, ਚੱਪਲ ਹੀ ਬਣਾਈ, ਕਿਉਂਕਿ ਸਮਰਾਟ ਦੀ ਮੌਤ ਹੋ ਗਈ ਹੈ। ਇੰਨਾ ਸੁਣਦੇ ਹੀ ਮੋਚੀ ਦੇ ਹੱਥੋਂ ਸੋਟੀ ਡਿੱਗ ਪਈ। ਉਸਨੇ ਦੇਵਦੂਤ ਦੇ ਪੈਰ ਫੜ ਲਏ ਅਤੇ ਕਿਹਾ, ਮੈਨੂੰ ਮਾਫ ਕਰ ਦਿਓ, ਮੈਨੇ ਤੈਨੂੰ ਕੁੱਟਿਆ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ। ਦੇਵਦੂਤ ਨੇ ਕਿਹਾ, ਕੋਈ ਗੱਲ ਨਹੀਂ, ਮੈਂ ਆਪਣੀ ਸਜ਼ਾ ਭੁਗਤ ਰਿਹਾ ਹਾਂ। ਮੋਚੀ ਨੇ ਕਿਹਾ, ਕਿਹੜੀ ਸਜ਼ਾ ਅਤੇ ਤੂੰ ਹੱਸ ਕਿਉਂ ਰਿਹਾ ਹੈ? ਦੇਵਦੂਤ ਨੇ ਕਿਹਾ, ਜਦੋਂ 3 ਵਾਰ ਹੱਸ ਲਵਾਂਗਾ ਫਿਰ ਸਭ ਕੁਝ ਦੱਸ ਦੇਵਾਂਗਾ। ਭਵਿੱਖ ਅਗਿਆਤ ਹੈ ਅਤੇ ਉਸ ਪਰਮਾਤਮਾ ਦੇ ਬਿਨਾਂ ਕਿਸੇ ਨੂੰ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ। ਸਮਰਾਟ ਜਿਉਂਦਾ ਸੀ ਤਾਂ ਜੁੱਤੇ ਚਾਹੀਦੇ ਸਨ ਅਤੇ ਮਰ ਗਿਆ ਤਾਂ ਚੱਪਲ। ਦੇਵਦੂਤ ਦੁਬਾਰਾ ਹੱਸਿਆ ਕਿ ਭਵਿੱਖ ਦਾ ਸਾਨੂੰ ਪਤਾ ਨਹੀਂ ਅਤੇ ਅਸੀਂ ਉਮੀਦਾਂ ਕਰਦੇ ਰਹਿੰਦੇ ਹਾਂ ਤੇ ਅਨੁਮਾਨ ਲਾਉਂਦੇ ਰਹਿੰਦੇ ਹਾਂ, ਜੋ ਕਿ ਪੂਰੀ ਤਰ੍ਹਾਂ ਵਿਅਰਥ ਹੈ। ਅਸੀਂ ਇੱਛਾ ਕਰਦੇ ਹਾਂ ਕਿ ਇਹ ਵਾਪਰੇਗਾ, ਪਰ ਉਹ ਕਦੇ ਨਹੀਂ ਵਾਪਰਦਾ, ਕਿਉਂਕਿ ਕੁਝ ਹੋਰ ਹੀ ਵਾਪਰਨਾ ਤੈਅ ਹੁੰਦਾ ਹੈ। ਸਾਡੀ ਜ਼ਿੰਦਗੀ ਸਾਨੂੰ ਬਿਨਾਂ ਪੁੱਛੇ ਚੱਲਦੀ ਹੈ, ਪਰ ਅਸੀਂ ਬਿਨਾਂ ਵਜ੍ਹਾ ਹੀ ਹੋ ਹੱਲਾ ਮਚਾਈ ਰੱਖਦੇ ਹਾਂ। ਚਾਹੀਦੀ ਚੱਪਲ ਹੁੰਦੀ ਹੈ, ਪਰ ਜੁੱਤੇ ਬਣਵਾਉਂਦੇ ਹਾਂ। ਮਰਨ ਦਾ ਸਮਾਂ ਨੇੜੇ ਆ ਰਿਹਾ ਹੁੰਦਾ ਹੈ, ਪਰ ਅਸੀਂ ਜ਼ਿੰਦਗੀ ਦਾ ਆਯੋਜਨ ਕਰਦੇ ਹਾਂ। ਤਾਂ ਦੇਵਦੂਤ ਨੂੰ ਲੱਗਿਆ ਕਿ ਮੈਨੂੰ ਕੀ ਪਤਾ ਉਹਨਾਂ ਲੜਕੀਆਂ ਦਾ ਭਵਿੱਖ ਕੀ ਹੋਵੇਗਾ, ਮੈਂ ਬੇਵਜ੍ਹਾ ਹੀ ਇਦਾਂ ਕੀਤਾ। ਇਹ ਸਭ ਸੋਚ ਕੇ ਆਪਣੀ ਮੂਰਖਤਾ ਤੇ ਦੇਵਦੂਤ ਅੱਜ ਖਿੜਖਿੜਾ ਕੇ ਹੱਸਿਆ। ਇਸ ਤਰ੍ਹਾਂ ਕੁਝ ਸਾਲਾਂ ਬਾਅਦ ਇੱਕ ਤੀਸਰੀ ਘਟਨਾ ਘਟੀ। ਜਦੋਂ ਦੇਵਦੂਤ ਮੋਚੀ ਦੀ ਦੁਕਾਨ ਵਿੱਚ ਬੈਠਾ ਜੁੱਤੇ ਬਣਾ ਰਿਹਾ ਸੀ ਤਾਂ ਉੱਥੇ 3 ਜਵਾਨ ਕੁੜੀਆਂ ਅਤੇ ਇੱਕ ਬੁੱਢੀ ਔਰਤ ਆਈ। ਉਹਨਾਂ ਤਿੰਨਾਂ ਕੁੜੀਆਂ ਦਾ ਵਿਆਹ ਹੋਣ ਵਾਲਾ ਸੀ। ਉਹ ਤਿੰਨੋਂ ਕੁੜੀਆਂ ਆਪਣੇ ਜੁੱਤਿਆਂ ਦਾ ਨਾਪ ਦੇਣ ਆਈਆਂ ਸਨ। ਦੇਵਦੂਤ ਉਹਨਾਂ ਨੂੰ ਦੇਖਦੇ ਹੀ ਸਮਝ ਗਿਆ ਕਿ ਇਹ ਉਹੀ ਤਿੰਨੋਂ ਕੁੜੀਆਂ ਹਨ ਜਿਨ੍ਹਾਂ ਨੂੰ ਮੈਂ ਇਹਨਾਂ ਦੀ ਮਰੀ ਹੋਈ ਮਾਂ ਕੋਲ ਛੱਡ ਕੇ ਆਇਆ ਸੀ, ਜਿਨ੍ਹਾਂ ਦੇ ਕਾਰਨ ਉਹ ਅੱਜ ਇਹ ਸਜ਼ਾ ਭੁਗਤ ਰਿਹਾ ਹੈ। ਤਿੰਨੋਂ ਦੇਖਣ ਵਿੱਚ ਸਿਹਤਮੰਦ ਸਨ, ਸੁੰਦਰ ਸਨ ਅਤੇ ਉਹਨਾਂ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਹਨਾਂ ਦਾ ਪਾਲਣ ਪੋਸ਼ਣ ਕਿਸੇ ਵੱਡੇ ਘਰਾਣੇ ਵਿੱਚ ਹੋਇਆ ਹੋਵੇ। ਦੇਵਦੂਤ ਨੇ ਉਹਨਾਂ ਤੋਂ ਪੁੱਛਿਆ, ਤੁਹਾਡੇ ਨਾਲ ਇਹ ਬੁੱਢੀ ਔਰਤ ਕੌਣ ਹੈ? ਬੁੱਢੀ ਔਰਤ ਨੇ ਜਵਾਬ ਦਿੱਤਾ, ਇਹ ਮੇਰੀ ਗੁਆਂਢਣ ਦੀਆਂ ਕੁੜੀਆਂ ਹਨ। ਬਚਪਨ ਵਿੱਚ ਹੀ ਇਹਨਾਂ ਦੀ ਮਾਂ ਦੀ ਮੌਤ ਹੋ ਗਈ ਸੀ। ਵਿਚਾਰੀ ਬਹੁਤ ਗਰੀਬ ਸੀ। ਉਸ ਦੇ ਕੋਲ ਖਾਣ ਪੀਣ ਲਈ ਕੁਝ ਵੀ ਨਹੀਂ ਸੀ। ਭੁੱਖੇ ਢਿੱਡ ਅਤੇ ਤੰਗੀ ਦੀ ਵਜ੍ਹਾ ਕਰਕੇ ਉਹ ਮਰ ਗਈ। ਮੇਰੀ ਕੋਈ ਔਲਾਦ ਨਹੀਂ ਸੀ, ਇਸ ਲਈ ਮੈਂ ਇਹਨਾਂ ਨੂੰ ਆਪਣੇ ਬੱਚਿਆਂ ਦੇ ਰੂਪ ਵਿੱਚ ਅਪਣਾ ਲਿਆ ਅਤੇ ਹੁਣ ਇਹਨਾਂ ਦਾ ਸਮਰਾਟ ਦੇ ਖਾਨਦਾਨ ਵਿੱਚ ਵਿਆਹ ਹੋਣ ਜਾ ਰਿਹਾ ਹੈ। ਦੇਵਦੂਤ ਨੇ ਸੋਚਿਆ, ਜੇ ਇਹਨਾਂ ਦੀ ਮਾਂ ਜਿਉਂਦੀ ਹੁੰਦੀ
ਤਾਂ ਇਹ ਤਿੰਨੇ ਬੱਚੀਆਂ ਗਰੀਬੀ ਤੇ ਭੁੱਖਮਰੀ ਵਿੱਚ ਪਲਦੀਆਂ, ਪਰ ਕਿਉਂਕਿ ਇਹਨਾਂ ਦੀ ਮਾਂ ਮਰ ਗਈ, ਇਸੇ ਲਈ ਇਹਨਾਂ ਦਾ ਪਾਲਣ ਪੋਸ਼ਣ ਇੰਨੇ ਅਮੀਰ ਪਰਿਵਾਰ ਵਿੱਚ ਹੋਇਆ ਹੈ ਅਤੇ ਹੁਣ ਅਮੀਰ ਔਰਤ ਦੀ ਸਾਰੀ ਜਾਇਦਾਦ ਦੀਆਂ ਇਹ ਤਿੰਨੋਂ ਮਾਲਕਣਾਂ ਹਨ। ਉਸ ਦਿਨ ਦੇਵਦੂਤ ਆਪਣੀ ਮੂਰਖਤਾ ਤੇ ਤੀਸਰੀ ਵਾਰ ਹੱਸਿਆ। ਉਸਨੇ ਉਹਨਾਂ ਤਿੰਨੋਂ ਕੁੜੀਆਂ ਲਈ ਹੁਣ ਤੱਕ ਦੇ ਸਭ ਤੋਂ ਖੂਬਸੂਰਤ ਜੁੱਤੇ ਬਣਾਏ ਅਤੇ ਮੋਚੀ ਨੂੰ ਆ ਕੇ ਸਾਰੀ ਗੱਲ ਦੱਸ ਦਿੱਤੀ ਕਿ ਇਹ ਤਿੰਨੇ ਕਾਰਨ ਸਨ ਮੇਰੇ ਹੱਸਣ ਦੇ। ਮੇਰੀ ਗਲਤੀ ਸੀ ਜਿਸ ਦੀ ਮੈਨੂੰ ਸਜ਼ਾ ਮਿਲੀ। ਹੁਣ ਮੈਂ ਸਮਝ ਗਿਆ ਹਾਂ ਕਿ ਅਸੀਂ ਸਿਰਫ ਓਨਾ ਹੀ ਦੇਖ ਪਾਉਂਦੇ ਹਾਂ ਜਿੰਨਾ ਅਸੀਂ ਦੇਖ ਸਕਦੇ ਹਾਂ, ਅਤੇ ਜੋ ਅਸੀਂ ਨਹੀਂ ਦੇਖ ਸਕਦੇ ਉਹ ਬਹੁਤ ਵੱਡਾ ਅਤੇ ਵਿਸ਼ਾਲ ਹੈ, ਅਤੇ ਜੋ ਅਸੀਂ ਦੇਖ ਸਕਦੇ ਹਾਂ ਉਸ ਤੋਂ ਅਸੀਂ ਉਸ ਗੱਲ ਦਾ ਸਹੀ ਅਤੇ ਸਟੀਕ ਅੰਦਾਜ਼ਾ ਨਹੀਂ ਲਗਾ ਸਕਦੇ ਜੋ ਵਾਪਰਨ ਵਾਲਾ ਹੈ। ਮੈਂ ਆਪਣੀ ਮੂਰਖਤਾ ਤੇ 3 ਵਾਰ ਹੱਸ ਚੁੱਕਿਆ ਹਾਂ, ਇਸ ਲਈ ਮੇਰੀ ਸਜ਼ਾ ਪੂਰੀ ਹੋਈ। ਹੁਣ ਮੈਂ ਚੱਲਦਾ ਹਾਂ। ਇਹ ਕਹਿ ਕੇ ਦੇਵਦੂਤ ਉੱਥੋਂ ਚਲਾ ਗਿਆ। ਦੋਸਤੋ, ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅੱਜ ਵਾਪਰਨ ਵਾਲੀ ਘਟਨਾ ਨੂੰ ਦੇਖ ਕੇ ਅਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਘਟਨਾ ਸਾਡੇ ਲਈ ਚੰਗੀ ਹੈ ਜਾਂ ਬੁਰੀ। ਇਸ ਦਾ ਉੱਤਰ ਤਾਂ ਭਵਿੱਖ ਦੇ ਗਰਭ ਵਿੱਚ ਲੁਕਿਆ ਹੈ। ਇਸ ਲਈ ਹਰ ਘਟਨਾ ਉੱਤੇ ਚੰਗੀ ਜਾਂ ਬੁਰੀ ਪ੍ਰਤੀਕਿਰਿਆ ਦੇਣਾ ਵਿਅਰਥ ਹੈ। ਨਾ ਤਾਂ ਅਤੀਤ ਦਾ ਪਛਤਾਵਾ ਕਰੋ ਅਤੇ ਨਾ ਹੀ ਭਵਿੱਖ ਦੀ ਚਿੰਤਾ। ਬਸ ਅੱਜ ਵਿੱਚ ਜੀਓ। ਇਹੀ ਇੱਕਮਾਤਰ ਤਰੀਕਾ ਹੈ ਖੁਦ ਨੂੰ ਸਾਰੀਆਂ ਚਿੰਤਾਵਾਂ ਤੋਂ ਮੁਕਤ ਰੱਖਣ ਦਾ। ਧੰਨਵਾਦ।